हेलो हेलो हेलो। हाँ जी, नमस्कार, राम राम, सत श्री अकाल जी। ਵੈਲਕਮ ਟੂ ਦੀ ਆਨਲਾਈਨ ਕਲਾਸ। ਸਵਾਗਤ ਹੈ ਜੀ ਤੁਹਾਡਾ ਆਨਲਾਈਨ ਕਲਾਸ ਦੇ ਵਿੱਚ। ਇੱਕ ਵਾਰੀ ਕਨਫਰਮੇਸ਼ਨ ਦਿਓ ਵੀ ਆਡੀਓ ਵੀਡੀਓ ਕਲੀਅਰ ਹੈ। ਤਾਂ ਲਾਸਟ ਸੈਸ਼ਨ ਦੇ ਵਿੱਚ ਆਪਾਂ ਸ਼ੁਰੂ ਕੀਤਾ ਸੀ ਆਪਣਾ ਪੋਪੂਲੇਸ਼ਨ ਬਾਰੇ, ਹੈਨਾ। ਤਾਂ ਥੋੜੀ ਜਿਹੀ ਕਲਾਸ ਜਿਹੜੀ ਉਹ ਵਿੱਚ ਹੀ ਡਿਸਕਨੈਕਟ ਹੋ ਗਈ ਸੀ, ਤਾਂ ਅੱਜ ਆਪਾਂ ਦੁਬਾਰਾ ਤੋਂ ਸ਼ੁਰੂ ਕਰਦੇ ਹਾਂ ਪੋਪੂਲੇਸ਼ਨ ਵਾਲਾ ਟੌਪਿਕ। ਕੋਈ ਡਾਊਟ ਹੈ ਪ੍ਰੀਵੀਅਸ ਸੈਸ਼ਨ ਦੇ ਵਿੱਚ ਤਾਂ ਤੁਸੀਂ ਪੁੱਛ ਸਕਦੇ ਹੋ। ਹਾਂਜੀ, ਕਿਸੇ ਵੀ ਕਿਸਮ ਦਾ ਕੋਈ ਵੀ ਡਾਊਟ ਹੈ ਤਾਂ ਪਹਿਲਾਂ ਕਨਫਰਮ ਕਰ ਲਓ, ਵੀ ਡਾਊਟ ਕਲੀਅਰ ਕਰ ਲਓ। ਚਲੋ, ਤਾਂ ਪਾਪੂਲੇਸ਼ਨ ਆਪਾਂ ਕੀ ਪੜਿਆ ਸੀ ਬਾਈ? ਪਾਪੂਲੇਸ਼ਨ ਹੁੰਦਾ ਹੈ ਜਦੋਂ ਬਹੁਤ ਸਾਰੇ ਆਰਗੈਨਿਜ਼ਮ ਇੱਕੋ ਹੀ ਸਪੀਸੀਜ਼ ਦੇ ਹੋਣ ਤੇ ਉਹ ਕਿਸੇ ਗਿਵਨ ਪਾਰਟਿਕੂਲਰ ਏਰੀਆ, ਗਿਵਨ ਪਾਰਟਿਕੂਲਰ ਟਾਈਮ ਤੇ ਜਦੋਂ ਆਪਾਂ ਉਹਨਾਂ ਨੂੰ ਕੰਸੀਡਰ ਕਰਾਂਗੇ ਤਾਂ ਉਹਨੂੰ ਆਪਾਂ ਕੀ ਨਾਮ ਦਿੱਤਾ ਸੀਗਾ? ਦੈਟ ਇਜ਼ ਪਾਪੂਲੇਸ਼ਨ। ਠੀਕ ਹੈ ਜੀ। ਚਲੋ, ਸੋ ਆਪਾਂ ਕੀ ਡਿਸਕਸ ਕਰ ਰਹੇ ਸੀਗੇ ਪਾਪੂਲੇਸ਼ਨ ਬਾਰੇ? ਇੱਥੇ ਇੱਕ ਬਹੁਤ ਇੰਪੋਰਟੈਂਟ ਕੰਡੀਸ਼ਨ ਆਪਾਂ ਕੀ ਲੈ ਕੇ ਚੱਲਣੀ ਹੈ ਵੀ ਜਦੋਂ ਵੀ ਪਾਪੂਲੇਸ਼ਨ ਨੂੰ ਕੰਸੀਡਰ ਕਰਨਾ ਆਪਾਂ, ਤਾਂ ਉਦੋਂ ਕੀ ਲੈਣਾ ਜੀ? ਆਪਾਂ ਹਮੇਸ਼ਾ ਜਿਹੜੇ ਵੀ ਆਰਗੈਨਿਜ਼ਮਸ ਨੂੰ ਆਪਾਂ ਕੰਸੀਡਰ ਕਰਾਂਗੇ ਉਹ ਕੀ ਹੋਣੇ ਚਾਹੀਦੇ ਹੈ? ਸੇਮ ਸਪੀਸੀਜ਼ ਤੇ। ਠੀਕ ਹੈ, ਆਰਗੈਨਿਜ਼ਮ ਸੇਮ ਸਪੀਸੀਜ਼ ਦੇ ਹੋਣਗੇ ਤਾਂ ਹੀ ਉਹ ਇੱਕ ਪਾਪੂਲੇਸ਼ਨ ਨੂੰ ਕਨਸਟੀਟਿਊਟ ਕਰ ਪਾਣਗੇ। ਅਗਰ ਸੇਮ ਸਪੀਸੀਜ਼ ਦੇ ਨਹੀਂ ਹੈ, ਸਪੋਜ਼ ਕਰ ਲਓ ਤੁਸੀਂ ਕਹਤਾ ਜੀ, ਇੱਕ ਆਪਾਂ ਹਿਊਮਨ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਇੱਕ ਆਪਾਂ ਕਿਹਾ ਜੀ ਡੌਗ ਹੈ, ਇੱਕ ਆਪਾਂ ਨਾਲ ਇਨਕਲੂਡ ਕਰ ਲਿਆ ਕੈਟ। ਠੀਕ ਹੈ, ਤੁਸੀਂ ਕਿਹਾ ਜੀ ਸਾਡੇ ਕੋਲ 50 ਹਿਊਮਨਸ ਨੇ, 40 ਡੌਗ ਨੇ, 40 ਕੈਟ ਹੈ, ਤਾਂ ਉੱਥੇ ਦੇਖੋ ਜੀ ਸਾਡੀ 130 ਦੀ ਪਾਪੂਲੇਸ਼ਨ ਹੋ ਗਈ। ਤਾਂ ਇਦਾਂ ਕਦੇ ਵੀ ਨਹੀਂ ਕਰਨਾ ਹੁੰਦਾ। ਪਾਪੂਲੇਸ਼ਨ ਹਮੇਸ਼ਾ ਕੀ ਹੁੰਦਾ ਹੈ? ਇਹੋ ਜਿਹੇ ਆਰਗੈਨਿਜ਼ਮ ਜੋ ਸੇਮ ਸਪੀਸੀਜ਼ ਦੇ ਹੋਣਗੇ, ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਰਹਿ ਰਹੇ ਆ, ਇੱਕ ਪਾਰਟਿਕੂਲਰ ਟਾਈਮ ਪੀਰੀਅਡ ਦੇ ਵਿੱਚ, ਤਾਂ ਉਹਨੂੰ ਆਪਾਂ ਕੀ ਬੋਲਾਂਗੇ? ਦੈਟ ਇਜ਼ ਨੋਨ ਐਸ ਪਾਪੂਲੇਸ਼ਨ। ਠੀਕ ਹੈ, ਹੁਣ ਜਦੋਂ ਗੱਲ ਹੋਏਗੀ ਪਾਪੂਲੇਸ਼ਨ ਦੀ, ਤਾਂ ਪਾਪੂਲੇਸ਼ਨ ਦੇ ਵਿੱਚ ਕੀ ਕਹਿੰਦੇ ਆ ਆਪਾਂ? ਇਟ ਇਜ਼ ਅ ਗਰੁੱਪ ਆਫ ਇੰਡੀਵਿਜੂਅਲ ਆਫ ਦਾ ਸੇਮ ਸਪੀਸੀਜ਼ ਜੋ ਇੱਕ ਗਿਵਨ ਜੀਓਗ੍ਰਾਫਿਕਲ ਏਰੀਆ ਦੇ ਵਿੱਚ ਰਹਿ ਰਹੇ ਆ ਐਂਡ ਸ਼ੇਅਰ ਔਰ ਕੰਪੀਟ ਫॉर द ਸਿਮਿਲਰ ਰਿਸੋਰਸਸ। ਉਹਨਾਂ ਨੇ ਕੀ ਕਰਨਾ ਹੈ? ਆਪਣੇ ਰਿਸੋਰਸਸ ਨੂੰ ਸ਼ੇਅਰ ਕਰਨਾ ਹੈ ਜਾਂ ਉਹਦੇ ਲਈ ਕੰਪੀਟ ਕਰਨਾ ਹੈ। ਉਦੋਂ ਵੀ ਆਪਾਂ ਗੱਲ ਕੀਤੀ ਸੀ, ਅੱਜ ਫਿਰ ਆਪਾਂ ਦੁਬਾਰਾ ਗੱਲ ਕਰ ਲੈਂਦੇ ਹਾਂ। ਹੁਣ ਇੱਥੇ ਨਾ ਇਹਨਾਂ ਨੇ ਦੱਸਤਾ, ਪਹਿਲਾਂ ਤਾਂ ਕਹਿਤਾ ਗਰੁੱਪ ਆਫ ਇੰਡੀਵਿਜੂਅਲ ਆਫ ਸੇਮ ਸਪੀਸੀਜ਼, ਹੈ ਨਾ। ਤਾਂ ਸ਼ਬਦਾਂ ਦੀ ਅਹਿਮੀਅਤ ਨੂੰ ਸਮਝੋ। ਇਹਨਾਂ ਨੇ ਆਪਾਂ ਨੂੰ ਕੀ ਦਿੱਤਾ ਹੋਇਆ? ਗਰੁੱਪ ਆਫ ਇੰਡੀਵਿਜੂਅਲਸ ਆਫ ਸੇਮ ਸਪੀਸੀਜ਼। ਠੀਕ ਹੈ ਜੀ। दूसरा उन्होंने लिखता शेयर और compete for the similar resources। देखो ਇਹਦਾ मतलब की है, ਇਹ भी बहुत इंपॉर्टेंट है। तो दूजे ਨੂੰ एक्सप्लेन करांगे ਹੁਣ ਆਪਾਂ। शेयर और compete for the similar resources ਕੀ मतलब है जी ਇਹਦਾ? ਤੁਸੀਂ ਕਹੋਗੇ ਜੀ ਜਾਂ ਤਾਂ ਜੋ ਵੀ ਰਿਸੋਰਸਸ ਹੈਗੇ ਆ ਉਹ ਕੀ ਕਰਨਗੇ? ਇੰਡੀਵਿਜੂਅਲਸ ਉਹਨੂੰ ਸ਼ੇਅਰ ਕਰਨਗੇ। ਸ਼ੇਅਰ ਦਾ ਮਤਲਬ ਕੀ ਹੈ? ਜਿਵੇਂ ਸਪੋਜ਼ ਕਰ ਲਓ ਇੱਕ ਘਰ ਹੈ ਨਾ, ਮੈਂ ਉਸ ਦਿਨ ਵੀ ਐਗਜ਼ਾਮਪਲ ਦਿੱਤੀ ਸੀ, ਹਾਊਸ ਹੈ, ਇਹਦੇ ਅੰਦਰ ਆਪਾਂ ਗੱਲ ਕਰੀਏ ਟੀਵੀ ਹੈ ਨਾ, ਇਹਦੇ ਆਪਾਂ ਗੱਲ ਕਰੀਏ ਕੋਈ ਗੇਮ ਹੈ, ਤਾਂ ਇਸ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਛੋਟੇ ਬੱਚੇ ਨੇ A ਤੇ B, ਹੈ ਨਾ, ਉਹ ਕੀ ਕਰਨਗੇ? ਇਹਨਾਂ ਨੂੰ ਸ਼ੇਅਰ ਕਰਨਗੇ। ਸ਼ੇਅਰ ਕਰਨ ਦਾ ਮਤਲਬ ਹੈ ਟੀਵੀ ਹੈ ਉਹ ਇਕੱਠੇ ਬੈਠ ਕੇ ਦੇਖ ਸਕਦੇ ਹੈ, ਗੇਮ ਹੈ ਕੋਈ ਇਕੱਠੇ ਬੈਠ ਕੇ ਖੇਲ ਸਕਦੇ ਹੈ, ਮਤਲਬ ਉਹ ਰਿਸੋਰਸਸ ਨੂੰ ਸ਼ੇਅਰ ਕਰ ਰਹੇ ਆ। ਦੂਸਰੇ ਪਾਸੇ ਗੱਲ ਕਰੀਏ ਆਪਾਂ, ਆਹ ਘਰ ਹੈ ਹਨਾ, ਇੱਥੇ ਵੀ C ਤੇ D ਨਾਮ ਦੇ ਬੱਚੇ ਹੈ, ਇਹਨਾਂ ਘਰੇ ਵੀ ਟੀਵੀ ਤੇ ਗੇਮ ਹੈਗੀ ਹੈ, ਇਹ ਦੋਨੋਂ ਕੀ ਕਰਨਗੇ? ਸੇਮ ਰਿਸੋਰਸਸ ਨੂੰ ਸ਼ੇਅਰ ਕਰ ਲੈਣਗੇ। ਲੇਕਿਨ ਦੇਖੋ ਹੁਣ ਆਪਾਂ ਕੰਡੀਸ਼ਨ ਲੈ ਕੇ ਚੱਲਦੇ ਹਾਂ ਅਗਲੀ, ਇਹ
ਬਾਹਰ ਗਏ, ਇਹ ਵੀ ਕੀ ਹੈ, ਬਾਹਰ ਗਏ, ਘੁੰਮਣ ਗਏ ਹੈ। ਹੁਣ ਦੇਖੋ ਬਾਹਰ ਜਦੋਂ ਗਏ ਕਿਸੇ ਮਾਲ ਦੇ ਵਿੱਚ ਗਏ ਹੈ, ਹੁਣ ਮਾਲ ਦੀ ਗੱਲ ਕਰੀਏ ਉੱਥੇ ਗੇਮ ਹੈਗੀ ਹੈ ਹੈਨਾ। ਹੁਣ ਗੇਮ ਹੈਗੀ ਹੈ ਤਾਂ ਆ ਵੀ ਖੇਡਣਾ ਚਾਹੁੰਦੇ ਹੈ ਦੋਨੋਂ ਬੱਚੇ, ਆ ਵੀ ਖੇਡਣਾ ਚਾਹੁੰਦੇ ਹੈ, ਤਾਂ ਹੋਏਗਾ ਕੀ, ਜਿਹੜਾ ਬੱਚਾ ਪਹਿਲਾਂ ਪਹੁੰਚੇਗਾ ਉਹ ਕਹੇਗਾ ਜੀ ਗੇਮ ਮੈਂ ਖੇਡਣੀ ਹੈ ਹੈਨਾ। ਹੁਣ ਮੰਨ ਕੇ ਚਲੋ ਆ ਪਹਿਲਾਂ ਪਹੁੰਚ ਗਏ, ਆ ਖੇਡਣ ਲੱਗ ਪਏ, ਇਹਨਾਂ ਨੂੰ ਦੂਰੋਂ ਦਿਖਿਆ ਵੀ ਉੱਥੇ ਗੇਮ ਚੱਲੀ ਜਾਂਦੀ ਹੈ, ਇਹ ਵੀ ਭੱਜ ਕੇ ਚਲੇ ਗਏ, ਤਾਂ ਦੋਨੋਂ ਕੀ ਕਰਨਗੇ, ਲੜਾਈ ਕਰਨਗੇ, ਭਾਈ ਗੇਮ ਅਸੀਂ ਪਹਿਲਾਂ ਖੇਡਣੀ ਹੈ ਹੈਨਾ। ਤਾਂ ਕੀ ਹੈ, ਰਿਸੋਰਸਸ ਹੁਣ ਕੀ ਹੋ ਗਏ, ਲਿਮਿਟਿਡ ਹੋ ਗਏ, ਤਾਂ ਉਹ ਕੀ ਕਰ ਰਹੇ ਹੈ, ਆਪਸ ਦੇ ਵਿੱਚ ਕੰਪੀਟੀਸ਼ਨ ਕਰਨਗੇ ਵੀ ਭਾਈ ਅਸੀਂ ਖੇਡਣੀ ਹੈ ਪਹਿਲਾਂ, ਤੁਸੀਂ ਖੇਡਣੀ ਹੈ ਹੈਨਾ। ਤਾਂ ਉਵੇਂ ਹੀ ਜਾਂ ਤਾਂ ਸ਼ੇਅਰ ਕਰਨਗੇ ਰਿਸੋਰਸਸ ਨੂੰ ਜਾਂ ਕੰਪੀਟ ਕਰਨਗੇ ਰਿਸੋਰਸਸ ਲਈ। ਇੱਕ ਰੋਟੀ ਹੈਗੀ ਹੈ, ਇੱਕ ਰੋਟੀ ਲਈ ਅਗਰ ਆਪਾਂ ਦੋ ਬੱਚਿਆਂ ਦੀ ਗੱਲ ਕਰੀਏ, ਇੱਕ ਘਰ ਦੇ ਵਿੱਚ ਰਹਿ ਰਹੇ ਉਹ ਸ਼ੇਅਰ ਕਰ ਲੈਣਗੇ, ਲੇਕਿਨ ਅਗਰ ਗੱਲ ਕਰੀਏ ਆਪਾਂ ਦੋ ਕੁੱਤਿਆਂ ਨੂੰ ਰੋਟੀ ਪਾਈ ਹੈ ਬਾਹਰ ਹੈਨਾ, ਤਾਂ ਉਹ ਕੀ ਕਰਨਗੇ, ਅਗਰ ਇੱਕ ਰੋਟੀ ਪਾਈ ਹੈ ਤਾਂ ਦੋਨੋਂ ਜਣੇ ਲੜਨਗੇ ਆਪਸ ਦੇ ਵਿੱਚ, ਜਿਹੜਾ ਸੁਪੀਰੀਅਰ ਹੋਏਗਾ ਉਹ ਕੀ ਰੋਟੀ ਲੈ ਜਾਏਗਾ, ਜਿਹੜਾ ਇਨਫੀਰੀਅਰ ਹੋਏਗਾ ਉਹ ਵਿਚਾਰਾ ਭੁੱਖਾ ਰਹਿ ਜਾਏਗਾ। ਤੀਸਰਾ, ਪੋਟੈਂਸ਼ੀਅਲੀ ਇੰਟਰਬਰੀਡ, ਆਹ ਬਹੁਤ ਇੰਪੋਰਟੈਂਟ ਹੈ। ਕੀ ਮਤਲਬ ਹੈ ਪੋਟੈਂਸ਼ੀਅਲੀ ਇੰਟਰਬਰੀਡ ਦਾ, ਮਤਲਬ ਉਹ ਆਪਸ ਦੇ ਵਿੱਚ ਰਿਪਰੋਡਕਸ਼ਨ ਕਰਨ ਦੀ ਕੈਪੇਬਿਲਿਟੀ ਰੱਖਦੇ ਹੈ। तो अगर किसी भी स्पीशीज ने आपकी जनरेशन ਨੂੰ ਅੱਗੇ ਕੰਟੀਨਿਊ ਕਰਵਾਉਣਾ ਹੈ ਤਾਂ ਕੀ ਹੋਏਗਾ, ਬਰੀਡਿੰਗ ਕਰਵਾਉਣੀ ਪਏਗੀ ਹੈ ਨਾ। ਸੋ ਪੋਟੈਂਸ਼ੀਅਲੀ ਇੰਟਰਬਰੀਡ ਦਾ ਮਤਲਬ ਕੀ ਹੈ, ਉਹਨਾਂ ਦੇ ਵਿੱਚ ਸ਼ਮਤਾ ਹੋਣੀ ਚਾਹੀਦੀ ਹੈ, ਉਹ ਆਪਸ ਦੇ ਵਿੱਚ ਬਰੀਡ ਕਰ ਸਕਣ, ਰਿਪਰੋਡਿਊਸ ਕਰ ਸਕਣ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਜਨਰੇਸ਼ਨ ਹੈ ਉਹ ਅੱਗੇ ਕੰਟੀਨਿਊ ਹੋ ਸਕੇ। ਬੋਲੋ ਵੀ ਗੱਲ ਇੱਥੇ ਤੱਕ ਕਲੀਅਰ ਹੈ। ਚਲੋ ਤਾਂ ਆਹ ਡੈਫੀਨੇਸ਼ਨ ਆਪਾਂ ਨੂੰ ਇਹੀ ਬੋਲਦੀ ਹੈ। ਸੋ compete or share for the similar resources and potentially reproduce। example है all the cormorants in wetland, ਆ ਦੇਖੋ है ना। ਤਾਂ wetland ਦੇ ਵਿੱਚ cormorants ਜਿਹੜੇ ਪੰਛੀ ਹੁੰਦੇ ਹੈ ਉਹ population consider ਕਰ ਰਹੇ ਹਾਂ ਆਪਾਂ। rats in an abandoned dwelling, ਠੀਕ ਹੈ ਜੀ, teakwood trees in a forest track, bacteria in a culture plate and lotus plant in a pond, ਹੈ ਨਾ। ਇਹ ਸਾਰੇ ਦੇ ਸਾਰੇ ਕੀ ਹੈ, population consider ਕੀਤੇ ਜਾਣਗੇ। ਐਂਡ ਪੋਪੂਲੇਸ਼ਨ ਇਕੋਲੋਜੀ ਇੱਕ ਆਪਣੇ ਕੋਲ ਇੰਪੋਰਟੈਂਟ ਏਰੀਆ ਹੈ ਇਕੋਲੋਜੀ ਦਾ, ਜਿਹਦੇ ਵਿੱਚ ਆਪਾਂ ਜੀਨ ਪੂਲ ਦੀ ਸਟੱਡੀ ਕਰਕੇ ਐਕਚੁਅਲ ਦੇ ਵਿੱਚ ਇਵੋਲੂਸ਼ਨ ਕਿਵੇਂ ਹੋ ਗਿਆ ਉਹਦੇ ਬਾਰੇ ਆਪਾਂ ਜਾਣਕਾਰੀ ਲੈ ਸਕਦੇ ਹਾਂ। ਸੋ ਐਜ਼ ਇਟ ਲਿੰਕਸ ਇਕੋਲੋਜੀ ਟੂ ਪੋਪੂਲੇਸ਼ਨ ਜੈਨੇਟਿਕਸ ਐਂਡ ਇਵੋਲੂਸ਼ਨ। ਇਸ ਗਿਵਨ ਪੋਪੂਲੇਸ਼ਨ ਦੇ ਵਿੱਚ ਜੀਨ ਪੂਲ ਕਿਹੋ ਜਿਹਾ ਹੈ ਨਾ, ਅੱਛੇ ਜੀਨ ਹੈ, ਵੀਕ ਜੀਨ ਹੈ, ਸਟਰੋਂਗ ਜੀਨ ਹੈ, ਪਲੱਸ ਉਹਨਾਂ ਦੇ ਕਰਕੇ ਜਿਹੜਾ ਇਵੋਲੂਸ਼ਨ ਦਾ ਪ੍ਰੋਸੈਸ ਹੈ ਉਹਨਾਂ ਦੀ ਐਕਚੁਅਲ ਦੇ ਵਿੱਚ ਸਟੱਡੀ ਨੂੰ ਆਪਾਂ ਕੀ ਬੋਲਦੇ ਹਾਂ, ਦੈਟ ਇਜ਼ ਨੋਨ ਐਜ਼ ਪੋਪੂਲੇਸ਼ਨ ਇਕੋਲੋਜੀ। ਓਕੇ, ਤਾਂ ਹੁਣ ਪਾਪੂਲੇਸ਼ਨ ਦੇ ਗੁਣ ਕੀ ਹੁੰਦੇ ਹੈ ਉਹਦੇ ਬਾਰੇ ਆਪਾਂ ਦੇਖਿਆ ਸੀ। ਬਰਥ ਰੇਟ ਕੀ ਹੁੰਦਾ ਹੈ, ਡੈਥ ਰੇਟ ਕੀ ਹੁੰਦਾ ਹੈ। ਸੋ ਇਹਨਾਂ ਨੂੰ ਆਪਾਂ ਕੀ ਬੋਲਾਂਗੇ, ਦੈਟ ਇਜ਼ ਐਟਰੀਬਿਊਟਸ ਆਫ ਪਾਪੂਲੇਸ਼ਨ। ਐਟਰੀਬਿਊਟਸ ਦਾ ਮਤਲਬ ਹੀ ਕੀ ਹੁੰਦਾ, ਉਹਨਾਂ ਦੇ ਗੁਣ, ਕੁਆਲਿਟੀਜ਼, ਠੀਕ ਹੈ, ਉਹਨਾਂ ਦੀਆਂ ਕੀ ਕੁਆਲਿਟੀਜ਼ ਨੇ ਉਹਦੇ ਬਾਰੇ ਜ਼ਿਕਰ ਕੀਤਾ ਜਾਂਦਾ ਹੈ। वेट अ मिनट, चलो। ਸੋ ਪਾਪੂਲੇਸ਼ਨ ਦੇ ਆਪਣੇ ਕੋਲ ਐਟਰੀਬਿਊਟਸ ਕਿਹੜੇ-ਕਿਹੜੇ ਹੁੰਦੇ ਹੈ ਤਾਂ ਆਪਾਂ ਦੇਖ ਲਏ ਜੀ। ਬਰਥ ਰੇਟ ਹੁੰਦਾ ਹੈ, ਡੈਥ ਰੇਟ, ਸੈਕਸ ਰੇਸ਼ੀਓ ਕੀ ਹੁੰਦੀ ਹੈ, ਏਜ ਪਿਰਾਮਿਡ ਕੀ ਹੁੰਦੇ ਹੈ ਤੇ ਪਾਪੂਲੇਸ਼ਨ ਡੈਂਸਿਟੀ ਕੀ ਹੁੰਦੀ ਹੈ। ਠੀਕ ਹੈ, ਤਾਂ ਆਜੋ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੈਟ ਇਜ਼ ਬਰਥ ਰੇਟ, ਤੇ ਦੂਸਰਾ ਹੈ ਜੀ ਆਪਣੇ ਕੋਲ ਡੈਥ ਰੇਟ। ਠੀਕ ਹੈ, ਬਰਥ ਰੇਟ ਦਾ ਮਤਲਬ ਜਨਮ ਦਰ, ਤੇ ਡੈਥ ਰੇਟ ਕੀ ਹੁੰਦਾ ਆਪਣੇ ਕੋਲ, ਮੌਤ ਦਰ। ਠੀਕ ਹੈ, ਸੋ ਬਰਥ ਰੇਟ ਕੀ ਹੁੰਦਾ ਹੈ, ਜਨਮ ਦਰ, ਮਤਲਬ ਆਪਾਂ ਕਹਿ ਦਿੰਦੇ ਹਾਂ ਪਰ 1000 ਇੰਡੀਵਿਜੂਅਲ ਤੇ, ਜਾਂ ਇਹਨੂੰ ਕਵਾਂਗੇ ਆਪਾਂ ਪਰ ਕੈਪੀਟਾ ਬਰਥ।
ਆ ਕੀ ਹੁੰਦਾ ਹੈ ਜੀ ਪਰ ਕੈਪੀਟਾ ਡੈਥ। ਤਾਂ ਦੇਖੋ ਪਰ ਕੈਪੀਟਾ ਦੀ ਗੱਲ ਕੀਤੀ, ਪਰ ਇੰਡੀਵਿਜੂਅਲ ਤੇ ਆਪਾਂ ਕੈਲਕੂਲੇਟ ਕਰਦੇ ਹੁੰਦੇ ਹਾਂ that is birth rate and death rate। ਉਹ ਪਰ ਇੰਡੀਵਿਜੂਅਲ ਕਿੰਨੇ ਆ 1000 ਇੰਡੀਵਿਜੂਅਲ, ਠੀਕ ਹੈ। ਤਾਂ 1000 ਬੰਦਿਆਂ ਪਿੱਛੇ 1000 ਇੰਡੀਵਿਜੂਅਲ ਦੇ ਪਿੱਛੇ ਕਿੰਨੇ ਬੰਦੇ ਜਨਮ ਲੈਂਦੇ ਹੈ ਇਹ ਗਿਵਨ ਪਾਰਟਿਕੂਲਰ ਏਰੀਆ ਪਾਰਟਿਕੂਲਰ ਟਾਈਮ ਦੇ ਵਿੱਚ, ਤਾਂ ਉਹਨੂੰ ਆਪਾਂ ਕੀ ਕੰਸੀਡਰ ਕਰਕੇ ਚੱਲਾਂਗੇ that is known as birth rate। ਤੇ ਉਵੇਂ ਹੀ 1000 ਇੰਡੀਵਿਜੂਅਲਸ ਦੀ ਗੱਲ ਕਰੀਏ, 1000 ਇੰਡੀਵਿਜੂਅਲ ਪਿੱਛੇ ਕਿੰਨੇ ਬੰਦਿਆਂ ਦੀ ਡੈਥ ਹੋਈ, ਉਹ ਆਪਾਂ ਕੀ ਕੰਸੀਡਰ ਕਰਕੇ ਚੱਲਾਂਗੇ that is known as death rate। ਸੋ ਬਰਥ ਰੇਟ ਹੈ ਤੇ ਆਪਣੇ ਕੋਲ ਡੈਥ ਰੇਟ ਹੈ ਨਾ। ਹੁਣ ਆਪਾਂ ਐਗਜ਼ਾਮਪਲ ਪੜ੍ਹੀ ਸੀ, ਐਗਜ਼ਾਮਪਲ ਦੇ ਤੌਰ ਤੇ ਅਗਰ ਆਪਾਂ ਗੱਲ ਕਰੀਏ, ਸੁਪੋਜ਼ ਕਰ ਲਓ एक गिवन एरिया है, गिवन एरिया है अपना, है ना। ਉੱਥੇ ਮੈਂ ਕਹਤਾ ਵੀ ਜਿਹੜਾ ਆਪਣਾ ਸੁਪੋਜ਼ ਕਰ ਲਓ ਆਪਾਂ ਈਅਰ ਗੱਲ ਕਰਦੇ ਹਾਂ 2024, ਕਿੰਨੀ ਪੋਪੂਲੇਸ਼ਨ ਸੀਗੀ, ਤਾਂ ਆਪਾਂ ਕਹਤਾ ਜੀ ਪੋਪੂਲੇਸ਼ਨ ਸੀਗੀ 90 ਇੰਡੀਵਿਜੂਅਲ ਦੀ, ਠੀਕ ਹੈ। 2024 ਦੇ ਵਿੱਚ ਪੋਪੂਲੇਸ਼ਨ ਸੀਗੀ ਕਿਸੇ ਗਿਵਨ ਏਰੀਆ ਦੇ ਵਿੱਚ 90 ਇੰਡੀਵਿਜੂਅਲ ਦੀ, ਹਨਾ। ਉੱਥੇ 2025 ਦੇ ਵਿੱਚ ਆਪਾਂ ਕਹਤਾ ਜੀ 30 ਇੰਡੀਵਿਜੂਅਲ ਹੋਰ ਐਡ ਹੋ ਗਏ, ਠੀਕ ਹੈ। ਤਾਂ ਚੈੱਕ ਕਰੋ ਟੋਟਲ ਕਿੰਨੇ ਹੋ ਗਏ, ਤੁਸੀਂ ਕਹੋਗੇ 90 plus 30 that is 120, ਕਿੰਨੇ ਇੰਡੀਵਿਜੂਅਲ ਹੋ ਗਏ 120। ਤੁਹਾਨੂੰ ਪੁੱਛਿਆ ਜਾਵੇ ਬਰਥ ਰੇਟ ਫਾਈਂਡ ਕਰੋ, ਕੀ ਕਰ ਸਕਦੇ ਹੋ, ਫਟਾਫਟ ਦੱਸੋ ਕੀ ਹੋਏਗੀ ਬਰਥ ਰੇਟ। ਆਪਾਂ ਬਰਥ ਰੇਟ ਦੀ ਗੱਲ ਕੀਤੀ ਹੈ ਪਰ ਕੈਪੀਟਾ ਬਰਥ, ਪਰ 1000 ਇੰਡੀਵਿਜੂਅਲ ਤੇ ਕਿੰਨੇ ਬੰਦਿਆਂ ਨੇ ਜਨਮ ਲਿਆ ਉਹਨੂੰ ਆਪਾਂ ਬਰਥ ਰੇਟ ਬੋਲਦੇ ਹਾਂ, ਹੈਨਾ। ਉਸੇ ਐਗਜ਼ਾਮਪਲ ਨੂੰ ਇੱਥੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਪਣੇ ਕੋਲ ਨਾ 2024 ਦੇ ਵਿੱਚ 90 ਇੰਡੀਵਿਜੂਅਲ ਸੀਗੇ, 2025 ਦੇ ਵਿੱਚ ਉਹਨਾਂ ਦੀ ਜਿਹੜੀ ਸੰਖਿਆ ਹੈ ਉਹ ਕਿੰਨੀ ਹੋ ਗਈ 30 ਵੱਧ ਗਈ, ਟੋਟਲ ਕਿੰਨੇ ਹੋ ਗਏ 120। ਤਾਂ ਫਿਰ ਜਦੋਂ ਆਪਾਂ ਬਰਥ ਰੇਟ ਕੈਲਕੂਲੇਟ ਕਰਾਂਗੇ ਤਾਂ ਆਪਾਂ ओरिजिनल ਪੋਪੂਲੇਸ਼ਨ ਤੇ ਹੀ ਕੈਲਕੂਲੇਟ ਕਰਾਂਗੇ ਨਾ। ਤਾਂ ओरिजिनल ਪੋਪੂਲੇਸ਼ਨ ਆਪਣੇ ਕੋਲ ਕਿੰਨੀ ਹੈ ਜੀ 90, ਠੀਕ ਹੈ। ਤੇ ਨਵੇਂ ਐਡ ਕਿੰਨੇ ਹੋਏ ਆ 30। ਤਾਂ ਜਦੋਂ ਤੁਸੀਂ ਇੱਕ ਫਾਰਮੂਲਾ ਲਿਖੋਗੇ ਨਾ ਬਰਥ ਰੇਟ ਨੂੰ ਕੈਲਕੂਲੇਟ ਕਰਨ ਦਾ ਇਜ਼ ਇਕੁਅਲਸ ਟੂ ਬਰਥ, ਜਾਂ ਤੁਸੀਂ ਲਿਖ ਸਕਦੇ ਹੋ ਨੰਬਰ ਆਫ ਬਰਥ, ਕਿੰਨੇ ਜਨਮ ਹੋਏ ਡਿਵਾਈਡਡ ਬਾय ओरिजिनल पॉपुलेशन साइज, या ਤੁਸੀਂ ਲਿਖ ਸਕਦੇ ਹੋ ਡੈਂਸਿਟੀ, ठीक है। तो बर्थ रेट की हो जाएगा बर्थ दैट इज नंबर ऑफ बर्थ डिवाइडेड बाय ओरिजिनल पॉपुलेशन डेंसिटी। तो देखो कितने जन्म हुए सी 30, ओरिजिनल कितने हैं 90। सो मैं अगर इन्हें सॉल्व करने की कोशिश करा तो मेरे को कितना आ जाएगा 3/9, ठीक है। तो 3/9 कितना हो जाएगा 1/3 दैट इज 0.33। तो हर एक इंडिविजुअल पिछे 90 इंडिविजुअल सी ना, हर एक इंडिविजुअल पिछे किन्ने बंदियां ने जन्म लिया, तुसी कहोगे जी 0.33 बंदे ने। किन्ने बंदियां ने जन्म लिया पर इंडिविजुअल ते 0.33। तो मैं लिखन जा रहा हाँ, सो दैट इज 0.33 इंडिविजुअल पर इंडिविजुअल पर ईयर, ठीक है। तो हुण देखो बर्थ किन्ने होए सीगे, तुसी कहोगे जी 30। बर्थ रेट कितना आया है, तुसी कहोगे जी 0.33। तो ਇਹਦਾ मतलब ਕਿਹੜੀ वैल्यू ज्यादा है,
ਤਾਂ ਹਮੇਸ਼ਾ ਧਿਆਨ ਦੇ ਵਿੱਚ ਰੱਖਣਾ ਹੈ ਇੱਕ ਸਿੰਗਲ ਇੰਡੀਵਿਜੂਅਲ ਦਾ ਬਰਥ ਹੁੰਦਾ ਹੈ। ਇੱਕ ਸਿੰਗਲ ਇੰਡੀਵਿਜੂਅਲ ਦੀ ਗੱਲ ਕਰੀਏ ਬਰਥ, ਤੇ ਜਦੋਂ ਪਾਪੂਲੇਸ਼ਨ ਦੀ ਗੱਲ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਕੀ ਕੰਸੀਡਰ ਕਰਕੇ ਚੱਲਦੇ ਹਾਂ, ਬਰਥ ਰੇਟ ਜਾਂ ਡੈਥ ਰੇਟ। ਉਵੇਂ ਹੀ ਇੱਕ ਸਿੰਗਲ ਇੰਡੀਵਿਜੂਅਲ ਦਾ ਅਗਰ ਬਰਥ ਹੈ ਤਾਂ ਉਹਦੀ ਡੈਥ ਹੁੰਦੀ ਹੈ। ਠੀਕ ਹੈ, ਕਦੇ ਵੀ ਪਾਪੂਲੇਸ਼ਨ ਦਾ ਆਪਾਂ ਕਹੀਏ ਜੀ ਪਾਪੂਲੇਸ਼ਨ ਦਾ ਜਨਮ ਹੋ ਗਿਆ, ਪਾਪੂਲੇਸ਼ਨ ਦੀ ਡੈਥ ਹੋ ਗਈ, ਤਾਂ ਇਦਾਂ ਕਦੇ ਵੀ ਕੰਸੀਡਰ ਨਹੀਂ ਕੀਤਾ ਜਾਂਦਾ। ਇੱਕ ਇੰਡੀਵਿਜੂਅਲ ਦਾ ਜਾਂ ਤਾਂ ਬਰਥ ਹੋਏਗਾ ਜਾਂ ਡੈਥ ਹੋਏਗੀ, ਇੱਕ ਪਾਪੂਲੇਸ਼ਨ ਦਾ ਜਾਂ ਬਰਥ ਰੇਟ ਜਾਂ ਡੈਥ ਰੇਟ। ਕਲੀਅਰ ਹੈ? ਤਾਂ ਦੇਖੋ ਮੈਂ ਲਿਖਿਆ ਸੀਗਾ ਬਰਥ ਰੇਟ ਛੋਟਾ ਹੈ ਤਾਂ ਬਰਥ ਰੇਟ ਨੂੰ ਆਪਾਂ ਸਮਾਲ b ਨਾਲ ਰਿਪਰੈਜ਼ੈਂਟ ਕਰਾਂਗੇ। ਬਰਥ ਜ਼ਿਆਦਾ ਕੁਆਂਟੀਟੀ ਦੱਸਦਾ ਹੈ ਆਪਾਂ ਨੂੰ, ਤੁਹਾਨੂੰ ਆਪਾਂ ਕੈਪੀਟਲ B ਦੇ ਨਾਲ ਰਿਪਰੈਜ਼ੈਂਟ ਕਰਾਂਗੇ। ਸੋ ਇੱਥੇ ਇੱਕ ਫਾਰਮੂਲਾ ਬਣ ਗਿਆ ਆਪਣਾ B = ਕੈਪੀਟਲ B ਅਪਨ n। ਆਹੀ ਤਾਂ ਪੜ੍ਹਿਆ ਆਪਾਂ। ਬਰਥ ਉਹਨੂੰ ਕੈਪੀਟਲ B ਲਿਖਦੇ ਹਾਂ, ਪਾਪੂਲੇਸ਼ਨ ਡੈਂਸਿਟੀ ਨੂੰ ਆਪਾਂ ਕੀ ਲਿਖਦੇ ਹਾਂ, ਦੈਟ ਇਜ਼ n, ਹੈ ਨਾ। ਸੋ ਪਾਪੂਲੇਸ਼ਨ ਡੈਂਸਿਟੀ ਨੂੰ ਲਿਖਣ ਦਾ ਐਗਜ਼ੈਕਟਲੀ ਆਪਣੇ ਕੋਲ ਕੀ ਹੈ ਜੀ, ਲੈਟਰ ਦੈਟ ਇਜ਼ n। ਠੀਕ ਹੈ, ਚਲੋ ਤਾਂ ਆਪਣੇ ਕੋਲ ਆ ਗਿਆ B = B ਅਪਨ n। ਤਾਂ ਮੈਂ ਕਹਤਾ ਜੀ ਇੱਥੋਂ ਮੈਂ ਕੈਲਕੂਲੇਟ ਕਰਨਾ ਹੈ ਕੈਪੀਟਲ B। ਸੋ ਨੰਬਰ ਆਫ ਬਰਥ ਇਜ਼ ਇਕੁਅਲਸ ਟੂ small b that is birth rate multiplied by population density। ਤਾਂ ਨਾ ਤੁਸੀਂ ਇੱਥੋਂ ਸਿੱਧਾ ਕੈਲਕੂਲੇਟ ਕਰ ਸਕਦੇ ਹੋ ਕਿ ਆਪਾਂ ਨੇ ਲੌਜੀਕਲੀ ਪ੍ਰੂਵ ਕਰਦੇ ਹਾਂ ਕਿ ਇਹ ਚੀਜ਼ ਆਪਣੀ ਸਹੀ ਵੀ ਹੈ ਨਹੀਂ ਹੈ। ਤੁਸੀਂ ਕਿਹਾ ਜੀ ਸਾਡੇ ਬਰਥ ਕਿੰਨੇ ਹੋਏ ਆ 30, ਹੈ ਨਾ, ਇਜ਼ ਇਕੁਅਲਸ ਟੂ ਇੱਥੋਂ ਮੈਂ ਕੈਲਕੂਲੇਟ ਕੀਤਾ 0.33, ओरिजिनली कितना सी 90। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਨਾ ਪ੍ਰੋਪਰ ਸੋਲਵ, ਤੁਹਾਡਾ ਅਪਰੋਕਸੀਮੇਟਲੀ ਕਿੰਨਾ ਆਏਗਾ 30 ਆਏਗਾ, ਹੈ ਨਾ। ਇਸ ਕੇਸ ਦੇ ਵਿੱਚ ਅਪਰੋਕਸੀਮੇਟ ਆਪਾਂ ਕੰਸੀਡਰ ਕਰਕੇ ਚੱਲਾਂਗੇ, ਲੇਕਿਨ ਜਦੋਂ ਆਪਣੇ ਕੋਲ ਫਿਗਰ ਦੂਜੀ ਹੋਏਗੀ ਨਾ ਬਿਲਕੁਲ ਐਗਜ਼ੈਕਟਲੀ ਸੇਮ ਆਏਗਾ, ਹੈ ਨਾ। ਤਾਂ ਕੈਪੀਟਲ B that is number of birth is equals to small b multiplied by n। ਉਵੇਂ ਹੀ ਡੈਥ ਰੇਟ ਹੈ, ਹਮੇਸ਼ਾ ਭਾਵੇਂ ਬਰਥ ਰੇਟ ਹੈ ਭਾਵੇਂ ਡੈਥ ਰੇਟ ਹੈ, ओरिजिनल पॉपुलेशन ਤੇ ਹੀ ਕੈਲਕੂਲੇਟ ਕਰਨਾ ਹੈ, ਉਹਨੂੰ ਗਲਤ ਨਾ ਕਰਤੀ ਹੋ। ਠੀਕ ਹੈ, ਸੋ ਡੈਥ ਰੇਟ ਇਜ਼ ਇਕੁਅਲਸ ਟੂ number of death divided by original population size, या ਤੁਸੀਂ ਇਹਨੂੰ population density ਵੀ ਲਿਖ ਸਕਦੇ ਹੋ, ਹੈ ਨਾ। ਮੈਂ ਇੱਥੇ ਐਗਜ਼ਾਮਪਲ ਲੈ ਕੇ ਚੱਲਦਾ ਹਾਂ, ਸੌਰੀ ਇੱਥੇ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਸਪੋਜ਼ ਕਰ ਲਓ ਕੋਈ ਗਿਵਨ ਏਰੀਆ ਹੈ, 2024 ਦੇ ਵਿੱਚ ਕਿੰਨੀ ਪਾਪੂਲੇਸ਼ਨ ਸੀਗੀ, ਅਸੀਂ ਕਹਤਾ ਜੀ 100। ਠੀਕ ਹੈ, 2025 ਦੇ ਵਿੱਚ ਕੀ ਹੋ ਗਿਆ ਜੀ, 80 ਰਹਿ ਗਈ। 2024 ਦੇ ਵਿੱਚ ਕਿੰਨੀ ਪਾਪੂਲੇਸ਼ਨ ਹੈ 100, 2025 ਦੇ ਵਿੱਚ ਕਿੰਨੀ ਰਹਿ ਗਈ 80। ਕਿੰਨੇ ਬੰਦੇ ਗਏ, ਡੈਥ ਕਿੰਨੀਆਂ ਹੋ ਗਈਆਂ, ਤੁਸੀਂ ਕਹੋਗੇ ਜੀ 20। ਕੱਢੋ ਡੈਥ ਰੇਟ, ਕਿਹਦੇ ਬਰਾਬਰ ਹੋਏਗਾ, ਨੰਬਰ ਆਫ ਡੈਥ, ਠੀਕ ਹੈ, ਕਿੰਨੀਆਂ ਹੈ 20 ਡਿਵਾਈਡਡ ਬਾਈ, ਉਸ ਤੋਂ ਬਾਅਦ ਪਾਪੂਲੇਸ਼ਨ ਦਾ ओरिजिनल ਸਾਈਜ਼ ਕਿੰਨਾ ਹੈ 100। ਸੋ 1/5 ਆ ਜਾਏਗਾ, ਤੇ 1/5 ਕਿੰਨੇ ਹੁੰਦਾ ਹੈ 0.2। ਤਾਂ 100 ਬੰਦੇ ਦੀ ਅਗਰ ਆਪਾਂ ਗੱਲ ਕਰੀਏ, ਹਰ ਬੰਦੇ ਪਿੱਛੇ ਕਿੰਨੇ ਬੰਦੇ ਖਤਮ ਹੋਏ ਆ, ਤਾਂ ਤੁਸੀਂ ਕਹੋਗੇ 0.2। ਤਾਂ ਮੈਂ ਲਿਖ ਸਕਦਾ ਹਾਂ 0.2 डेथ पर इंडिविजुअल पर ईयर, या डेथ इत्थे लिख सकते 0.2 इंडिविजुअल खत्म होए हैं पर इंडिविजुअल पर ईयर, तो उन्होंने आपां की बोलांगे डेथ रेट। तो देखो डेथ कैपिटल D सीगा अपने को, नंबर ऑफ डेथ दैट इज 20, डेथ रेट की आया है अपना 0.2। ਇਹਦਾ ਸਿੰਪਲ ਜਿਹਾ ਮਤਲਬ ਕੀ ਹੈ, ਆਪਣਾ ਡੈਥ ਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ ਕੈਪੀਟਲ ਦੇ ਨਾਲ, ਇੱਥੇ ਕਰਦੀ ਹੈ ਕਿਉਂਕਿ ਇਹ ਵੱਡਾ ਹੈ, ਇਹਨੂੰ ਆਪਾਂ ਰਿਪਰੈਜ਼ੈਂਟ ਕਰਾਂਗੇ ਸਮਾਲ ਦੇ ਨਾਲ। ਸੋ ਸਮਾਲ d is equals to capital D upon n, therefore capital D is equals to small d multiplied by n।
ਇੱਥੇ ਤੁਹਾਡੇ ਕੋਲ ਦੋ ਫਿਗਰਸ ਨਿਕਲ ਕੇ ਆਈਆਂ ਹੈ, ਉਹ ਕਿਹੜੀਆਂ ਹੈ, ਇਹਨੂੰ ਧਿਆਨ ਰੱਖਣਾ ਹੈ ਬਈ, ਮੈਂ ਕਹਿ ਰਿਹਾ ਵਾਰੀ ਬਹੁਤ ਇੰਪੋਰਟੈਂਟ ਹੈ। ਗ੍ਰੋਥ ਮਾਡਲਸ ਪੜ੍ਹਨੇ ਅੱਗੇ ਆਪਾਂ, ਉਹਦੇ ਨਾਲ ਸਾਰੀ ਚੀਜ਼ਾਂ ਇੰਪਲੀਮੈਂਟ ਹੋਣਗੀਆਂ। capital B is equals to B into N and capital D is equals to small d into N। ठीक है, तो आह दोनों इंपॉर्टेंट है। सो अपने को बर्थ भी हो गया, डेथ भी हो गया। ठीक है, ਹੁਣ ਆਪਾਂ ਦੇਖ ਲੈਨੇ ਆਪਣੀ ਪੀਡੀਐਫ ਦੇ ਵਿੱਚ ਇਹਨਾਂ ਨੇ ਆਪਾਂ ਨੂੰ ਕੀ ਐਗਜ਼ਾਮਪਲ ਦਿੱਤੀ ਹੋਈ ਹੈ। ਚਲੋ ਇਹਨਾਂ ਨੇ ਕਿਹਾ ਹੈ, ਓਕੇ, ਇਹਨਾਂ ਨੇ ਆਪਾਂ ਨੂੰ ਐਗਜ਼ਾਮਪਲ ਦਿੱਤੀ ਹੈ, ਕੋਈ ਪੌਂਡ ਹੈ, ਲਾਸਟ ਈਅਰ 20 ਲੋਟਸ ਦੇ ਫਲਾवर ਸੀਗੇ। ठीक है जी, 20 लोटस सीगे, लेकिन दिस ईयर किन्ने ऐड हो गए, ठीक है। अगर मैं थोनू पूछा टोटल पॉपुलेशन किन्नी है जी, किन्नी होगी जी, 20 + 8 28 हो गए, है ना। लेकिन कढ़ना की है बर्थ रेट, ऐड हो ना, तो मैं कढ़ांगा बर्थ रेट नु रिप्रेजेंट करांगे स्मॉल b दे नाल, इज इक्वल्स टू की पढ़िया सी, नंबर ऑफ बर्थ किन्ने 8, ओरिजिनल पॉपुलेशन दा साइज कितना है 20 है ना, सो डिवाइडेड बाय 20, 8/2 × 10 है ना, भावें इनू 20 लिख लो, भावें 2 × 10 लिख लो, बनना तो 20 ही है। सो 2 चौके 8, सो 4/10 कितना होता है, दैट इज 0.4। ठीक है, तो 0.4 लोटस ऐड होया है हर लोटस दे फ्लावर दे पिछे, है ना। सो 0.4 लोटस पर ईयर। 20 लोटस दे फ्लावर सीगे, उन्हां दे पिछे 8 ने जन्म लिता है। ਇਹਦਾ मतलब अगर ਆਪਾਂ ਉਹਨਾਂ ਨੂੰ ਐਵਰੇਜ ਲੈ ਕੇ ਚੱਲੀਏ, ਹਰ ਲੋਟਸ ਦੇ ਫਲਾवर ਨੇ 0.4 ਲੋਟਸ ਨੂੰ ਪ੍ਰੋਡਿਊਸ ਕੀਤਾ ਹੈ, ਤਾਂ ਹੀ ਆਪਾਂ ਇੱਥੇ ਕੰਸੀਡਰ ਕਰਕੇ ਚੱਲਦੇ ਹੁੰਨੇ ਹਾਂ, that is 0.4 ਆਫਸਪ੍ਰਿੰਗ ਪਰ ਲੋਟਸ ਪਰ ਈਅਰ। यानी हर लोटस ਦਾ ਜਿਹੜਾ ਆਫਸਪ੍ਰਿੰਗ ਹੈ ਉਹ ਕਿੰਨਾ ਹੈ 0.4, so 0.4 लोटस ऑफस्प्रिंग पर लोटस पर ईयर। ठीक है जी, बोलो भी गल क्लियर हुई इत्थे तक, 1 मिनट दा वेट करो। बोलो भी इन्नी गल क्लियर हुई, कोई डाउट इत्थे तक? तो उवें ही इन्होंने आपां नूं डेथ रेट बारे दस्सिया होया, उहनूं आपां किवें कैलकुलेट करांगे। तो आ लो जी, है ना। सो पर कैपिटा डेथ हुंदी है, कोई एक एक्सपेरिमेंट सीगा, है ना, फ्रूट फ्लाई दे उपर। तां ओरिजिनल पॉपुलेशन कितनी सीगी 40, है ना, ते कितनियां फ्रूट फ्लाइज डाई हो गईयां, दैट इज 4 इंडिविजुअल्स। तो दसो भी डेथ रेट कितना होएगा, तो भी मैं कैलकुलेट करके दस देना हाँ। तो मैं कहता जी ओरिजिनल पॉपुलेशन कितनी है, ओ फ्रूट फ्लाई, तो है अपने कोल 40। एक वीक दे विच कितनियां फ्रूट फ्लाई डाइड या डाइज, तो तुसी कहोगे 4। रिमेनिंग की है जी 40 - 4, दैट इज 36। तो कहता जी कड्डो डेथ रेट, डी कड्डो, तुसी कहोगे 4/40। ठीक है, तो 4/40 कितना होंदा, 1/10 0.1।
ठीक है। सो 0.1 डेथ पर फ्रूट फ्लाई पर ईयर, वो अपने कोल की होएगा, दैट इज डेथ रेट। सो 0.1 इंडिविजुअल पर फ्रूट फ्लाई पर वीक। ये ਇੱਥੇ ਵੀਕ को ਕੰਸੀਡਰ ਕੀਤਾ ਹੋਇਆ ਤਾਂ ਆਪਾਂ ਕੀ ਕਰ ਲਾਂਗੇ, ਵੀਕ ਨੂੰ ਕੰਸੀਡਰ ਕਰ ਲਾਂਗੇ, ਹੈ ਨਾ। ਆ ਲਿਖਿਆ ਨਾ ਆਪਾਂ ਵੀਕ, ਇੱਕ ਵੀਕ ਕੰਸੀਡਰ ਕਰ ਲਾਂਗੇ, दैट इज 0.1 इंडिविजुअल पर फ्रूट फ्लाई पर वीक। बताइए अभी यहां तक बात समझ में आई? क्लियर है? चलो तो फिर आगे चलते हैं। आगे है जी सैक्स रेशो, ठीक है। ਹੁਣ ਇੱਕ ਇੰਡੀਵਿਜੂਅਲ ਮੇਲ ਹੋ ਸਕਦਾ ਹੈ, ਇੱਕ ਇੰਡੀਵਿਜੂਅਲ ਫੀਮੇਲ ਹੋ ਸਕਦੀ ਹੈ ਨਾ, ਇਹੀ ਹੁੰਦਾ ਹੈ। ਲੇਕਿਨ ਜਦੋਂ ਆਪਾਂ ਪਾਪੂਲੇਸ਼ਨ ਦੀ ਗੱਲ ਕਰਾਂਗੇ ਨਾ, ਤਾਂ ਪਾਪੂਲੇਸ਼ਨ ਦੀ ਗੱਲ ਕਰੀਏ ਵੀ ਇਹ ਤਾਂ ਫੀਮੇਲ ਪਾਪੂਲੇਸ਼ਨ ਹੈ, ਪਾਪੂਲੇਸ਼ਨ ਦੀ ਗੱਲ ਕਰੀਏ ਵੀ ਇਹ ਪਾਪੂਲੇਸ਼ਨ ਦਾ ਮੇਲ ਪਾਪੂਲੇਸ਼ਨ ਹੈ, ਇਦਾਂ ਦੀ ਕੰਡੀਸ਼ਨ ਕਦੇ ਵੀ ਨਹੀਂ ਬਣ ਸਕਦੀ। ਸੋ ਇੱਕ ਇੰਡੀਵਿਜੂਅਲ ਨੂੰ ਤੁਸੀਂ ਕਹਿ ਸਕਦੇ ਹੋ ਵੀ ਭਾਈ ਇਹ ਮੇਲ ਹੈ ਜਾਂ ਫੀਮੇਲ ਹੈ, ਲੇਕਿਨ ਜਦੋਂ ਪਾਪੂਲੇਸ਼ਨ ਦੀ ਗੱਲ ਹੋਏਗੀ ਤਾਂ ਪਾਪੂਲੇਸ਼ਨ ਕਦੇ ਵੀ ਫੀਮੇਲ ਜਾਂ ਮੇਲ ਨਹੀਂ ਹੋ ਸਕਦੀ। ਪਾਪੂਲੇਸ਼ਨ ਦੀ ਕੀ ਹੁੰਦੀ ਹੈ ਜੀ ਫਿਰ ਆਪਣੇ ਕੋਲ, ਦੈਟ ਇਜ਼ ਸੈਕਸ ਰੇਸ਼ੋ। ਯਾਨੀ ਉਸ ਗਿਵਨ ਪਾਪੂਲੇਸ਼ਨ ਦੀ ਗੱਲ ਕਰੀਏ, मैं कहता जी मेरी कोई गिवन पापूलेशन है 1000 ਬੰਦਿਆਂ ਦੀ, ਠੀਕ ਹੈ, ਉਹਦੇ ਵਿੱਚ 60% ਮੇਲ ਨੇ ਤੇ 40% ਫੀਮੇਲ ਨੇ। ਤਾਂ ਰੇਸ਼ੋ ਦੱਸਦੀ ਨਾ ਇੱਕ ਇੰਡੀਵਿਜੂਅਲ ਦੀ ਵੀ ਮੇਲ ਇੰਨੇ ਹੈ ਤੇ ਫੀਮੇਲ ਇੰਨੇ ਹੈ। ਅਗਰ ਆਪਾਂ 60 ਰੇਸ਼ੋ 40 ਲੈ ਕੇ ਚੱਲੀਏ ਤਾਂ ਕਿੰਨੇ ਬਣ ਗਏ ਵੀ 6 ਰੇਸ਼ੋ 4, ਇਹਨੂੰ ਹੋਰ ਸਿੰਪਲੀਫਾਈ ਕਰ ਲਓ, ਦੈਟ ਇਜ਼ 3 ਰੇਸ਼ੋ 2। ਤਾਂ ਜਦੋਂ ਵੀ ਗੱਲ ਹੋਏਗੀ ਪਾਪੂਲੇਸ਼ਨ ਦੀ, ਐਵੇਂ ਨਹੀਂ ਕਵਾਂਗੇ ਵੀ ਆਹ ਜਿਹੜੀ ਪਾਪੂਲੇਸ਼ਨ ਹੈ ਮੇਲ ਹੈ ਜਾਂ ਆਹ ਜਿਹੜੀ ਪਾਪੂਲੇਸ਼ਨ ਹੈ ਫੀਮੇਲ ਹੈ। ਆਪਾਂ ਕੀ ਕਵਾਂਗੇ, ਕਿ ਗਿਵਨ ਪਾਪੂਲੇਸ਼ਨ ਹੈ ਉਹਦੇ ਵਿੱਚ ਇੰਨੇ ਜਿਹੜੇ ਹੈਗੇ, ਇੰਨੀ ਆਪਣੇ ਕੋਲ ਮੇਲ ਨੇ, ਇੰਨੇ ਫੀਮੇਲ ਨੇ, ਯਾਨੀ ਰੇਸ਼ੋ ਦੱਸ ਰਹੀ ਹੈ ਸੈਕਸ ਦੀ, ਹੈ ਨਾ। ਤਾਂ ਅਲਟੀਮੇਟਲੀ ਉਹ ਕੀ ਬਣ ਜਾਏਗਾ ਆਪਣੇ ਕੋਲ, ਦੈਟ ਇਜ਼ ਸੈਕਸ ਰੇਸ਼ੋ। ਠੀਕ ਹੈ ਜੀ, ਓਕੇ, ਇਹ ਵੀ ਹੋ ਗਿਆ। ਇਸ ਤੋਂ ਬਾਅਦ ਆਪਣੇ ਕੋਲ ਏਜ ਪਿਰਾਮਿਡਸ ਆਉਂਦੇ ਹਾਂ। ਦੇਖੋ ਸੈਕਸ ਰੇਸ਼ੋ ਹੈ, ਪਾਪੂਲੇਸ਼ਨ ਹੈਜ਼ ਅ ਸੈਕਸ ਰੇਸ਼ੋ, 60% of the population is female and 40% is male। ਉਸ ਤੋਂ ਬਾਅਦ ਆਪਣੇ ਕੋਲ ਏਜ ਪਿਰਾਮਿਡਸ ਆਉਂਦੇ ਹੈ ਵੀ ਇੱਕ ਗਿਵਨ ਪਾਪੂਲੇਸ਼ਨ ਦੇ ਵਿੱਚ ਏਜ ਦੇ ਅਕੋਰਡਿੰਗ ਆਪਾਂ ਬੰਦਿਆਂ ਦੀ ਡਿਸਟ੍ਰੀਬਿਊਸ਼ਨ ਕਿਵੇਂ ਕੀਤੀ ਹੋਈ ਹੈ। ਹੁਣ ਇਹ ਤਾਂ ਹੈ ਨਹੀਂ, ਇੱਕ ਪਾਪੂਲੇਸ਼ਨ ਹੈ, ਸਪੋਜ਼ ਕਰ ਲਓ ਆਪਾਂ ਗੱਲ ਕਰਦੇ ਹਾਂ ਅਬੋਹਰ ਦੀ ਪਾਪੂਲੇਸ਼ਨ। ਹੁਣ ਅਬੋਹਰ ਦੇ ਵਿੱਚ ਪ੍ਰੀ ਰਿਪਰੋਡਕਟਿਵ ਏਜ ਵਾਲੇ ਵੀ ਹੋਣਗੇ, ਯਾਨੀ ਨਿਆਣੇ ਵੀ ਹੋਣਗੇ, ਰਿਪਰੋਡਕਟਿਵ ਏਜ ਵਾਲੇ ਅਡਲਟ ਵੀ ਹੋਣਗੇ, ਹਨਾ, ਤੇ ਪੋਸਟ ਰਿਪਰੋਡਕਟਿਵ ਬਜ਼ੁਰਗ ਵੀ ਹੋਣਗੇ। ਤਾਂ ਜਦੋਂ ਪਾਪੂਲੇਸ਼ਨ ਦੇ ਵਿੱਚ ਆਪਾਂ ਦੱਸਦੇ ਹੁੰਨੇ ਹਾਂ ਵੀ ਇੰਨੇ ਬੱਚੇ ਨੇ, ਇੰਨੇ ਅਡਲਟ ਨੇ, ਇੰਨੇ ਬੁੱਢੇ ਨੇ, ਵੀ ਇੰਨੇ ਜਵਾਨ ਨੇ ਤੇ ਇੰਨੇ ਬੁੱਢੇ ਨੇ, ਤਾਂ ਉਹਨਾਂ ਦੀ ਜਦੋਂ ਡਿਸਟ੍ਰੀਬਿਊਸ਼ਨ ਕਰਦੇ ਹਾਂ ਆਪਾਂ ਪਾਪੂਲੇਸ਼ਨ ਦੇ ਵਿੱਚ, ਤਾਂ ਉਹਨੂੰ ਆਪਾਂ ਕੀ ਕੰਸੀਡਰ ਕਰਕੇ ਚੱਲਦੇ ਹਾਂ, ਦੈਟ ਇਜ਼ ਏਜ ਪਿਰਾਮਿਡ। ਠੀਕ ਹੈ, ਤਾਂ ਉਹਨੂੰ ਕੀ ਕੰਸੀਡਰ ਕਰਕੇ ਚੱਲਾਂਗੇ ਆਪਾਂ, ਦੈਟ ਇਜ਼ ਏਜ ਪਿਰਾਮਿਡ। ਤਾਂ ਦੇਖੋ ਮੈਂ 3 ਕੇਸ ਲੈ ਕੇ ਚੱਲਦਾ ਹਾਂ। ਹਮੇਸ਼ਾ ਥੱਲੇ ਕੀ ਆਏਗਾ ਜੀ, ਪ੍ਰੀ ਰਿਪਰੋਡਕਟਿਵ ਵਾਲੇ, ਠੀਕ ਹੈ। ਸੈਕਿੰਡ ਨੰਬਰ ਤੇ ਵਾਰੀ ਆਏਗੀ ਰਿਪਰੋਡਕਟਿਵ ਵਾਲਿਆਂ ਦੀ, ਤੇ ਥਰਡ ਨੰਬਰ ਤੇ ਵਾਰੀ ਆਏਗੀ ਜੀ
पोस्ट रिप्रोडक्टिव इनू मैं पीआर लिखांगा। ठीक है, दूसरा केस लेके चलते हैं आप। फर्क दसना है तुसी की है प्री रिप्रोडक्टिव रिप्रोडक्टिव ते पोस्ट रिप्रोडक्टिव। ठीक हो गया। थर्ड केस है एरिया प्री रिप्रोडक्टिव। हुण तुसी दसना भी आ होया की है। ठीक है, हाँ जी बोलो, गल इत्थे तक क्लीयर हुई? एक मिनट दे। हेलो हेलो।